ਅੱਜ ਦੀ ਆ ਪ੍ਰੈਸ ਕਾਨਫਰੰਸ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗੁਰਬਾਣੀ ਦਾ ਪ੍ਰਸਾਰ ਨੂੰ ਲੈ ਕੇ ਮਸਲਾ ਆ ਉਹਦੇ ਸੰਬੰਧ 'ਚ ਬੁਲਾਈ ਹੈ ਕੀਤੀ ਜਾ ਰਹੀ ਹੈ। ਇਹਦੇ ਵਿੱਚ ਸਾਡਾ ਵਿਚਾਰ ਹੈ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰਨ ਦਾ ਮਸਲਾ ਹੈਗਾ ਆ ਜਾਂ ਇਹ ਮੰਗ ਸੀਗੀ, ਇਹ ਸਿੱਖਾਂ ਦੀ ਬਹੁਤ ਪੁਰਾਣੀ ਮੰਗ ਸੀ। 1982 ਦੇ ਧਰਮ ਯੁੱਧ ਮੋਰਚੇ ਵਿੱਚ ਕਿਤੇ ਨਾ ਕਿਸੇ ਰੂਪ ਵਿੱਚ ਸਿੱਖ ਮੰਗ ਕਰਦੇ ਆ ਰਹੇ ਸੀ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੈ ਉਹ ਸਮੂਹ ਨਾਨਕ ਨਾਮ ਲੇਵਾ ਤੱਕ ਪਹੁੰਚਣਾ ਚਾਹੀਦਾ ਹੈ। ਲੇਕਿਨ ਇੱਥੋਂ ਹੁੰਦੇ ਅਸੀਂ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਜਿਹੜੇ ਇਲੈਕਸ਼ਨ ਲੜੇ ਅਕਾਲੀ ਦਲ ਬਾਦਲ ਨੇ, ਉਹਦੇ ਵਿੱਚ ਦੋਨਾਂ ਦੇ ਵਿੱਚ 4 ਦੇ ਵਿੱਚ ਤੇ 11 ਤੱਕ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਮਨੋਰਥ ਪੱਤਰ ਜਿਹੜਾ ਸੀ ਅਕਾਲੀ ਦਲ ਦਾ, ਉਹਦਾ ਵੀ ਹਿੱਸਾ ਰਿਹਾ ਕਿ ਜਿਹੜਾ ਆ ਸ਼੍ਰੋਮਣੀ ਕਮੇਟੀ ਦਾ ਵੱਖਰਾ ਚੈਨਲ ਇਸ ਪ੍ਰਸਾਰਨ ਦੀ ਮੰਗ ਨੂੰ ਲੈ ਕੇ ਬਣਾਇਆ ਜਾਏਗਾ। ਅਤੇ ਅਸੀਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਉਸ ਤੋਂ ਬਾਅਦ ਵਰਡ ਪੰਜਾਬੀ ਤੋਂ ਹੁੰਦਾ ਹੋਇਆ ETC ਤੱਕ ਪਹੁੰਚਦਾ ਅਤੇ ਇਹ PTC ਤੱਕ ਜਿਹੜਾ ਆ ਇਹ ਪ੍ਰਸਾਰਨ ਦਾ ਜਿਹੜਾ ਉਹ ਪਹੁੰਚ ਜਾਂਦਾ, ਹੱਕ ਪਹੁੰਚ ਜਾਂਦਾ ਆ। ਅਤੇ ਲਗਾਤਾਰ ਬਹੁਤ ਸਾਲ ਹਾਲਾਂਕਿ ਕੋਈ ਜਿਹੜਾ ਆ ਤਰੀਕਾਕਾਰ ਇਸ ਤਰ੍ਹਾਂ ਦਾ ਅਪਣਾਇਆ ਨਹੀਂ ਗਿਆ ਕਿ ਕੋਈ ਪਾਰਦਰਸ਼ੀ ਤਰੀਕਾਕਾਰ ਹੁੰਦਾ ਜਿਸ ਨਾਲ ਗੁਰਬਾਣੀ ਦੇ ਅਧਿਕਾਰ ਜਿਹੜੇ ਪ੍ਰਸਾਰਨ ਦੇ, ਵੈਸੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕੋਈ ਆਪਣਾ ਚੈਨਲ ਸਥਾਪਿਤ ਕਰਦੇ। ਜਿਨ੍ਹਾਂ ਦਿਨਾਂ ਦੇ ਵਿੱਚ ਇਹ ਚੈਨਲ ਸਥਾਪਿਤ ਕੀਤਾ ਗਿਆ ਉਹਨਾਂ ਦਿਨਾਂ 'ਚ ਬਹੁਤ ਵੱਡੀ ਅਮਾਊਂਟ ਦਾ ਵੀ ਇਹ ਨਹੀਂ ਸੀਗਾ। ਅਮਾਊਂਟ ਹੋਵੇ ਵੀ ਸ਼੍ਰੋਮਣੀ ਕਮੇਟੀ ਦਾ ਮੁੱਖ ਮਕਸਦ ਹੈ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ। ਉਹਦੇ ਵਿੱਚ ਇੱਕ ਅਹਿਮ ਰੋਲ ਜਿਹੜਾ ਆ ਉਹ TV ਚੈਨਲ ਦਾ ਹੋ ਸਕਦਾ ਸੀਗਾ। ਅਤੇ ਇਹ ਜਿਸ ਤਰ੍ਹਾਂ ਅਸੀਂ ਹੋਰ ਪ੍ਰਚਾਰ ਦੇ ਕਾਰਜ ਕਰਦੇ ਹਾਂ, ਇਸ ਤਰ੍ਹਾਂ ਇਸ ਨੂੰ ਵੀ ਜ਼ਰੂਰੀ ਕਾਰਜ ਮੰਨਿਆ ਜਾ ਰਿਹਾ ਸੀਗਾ। ਲੇਕਿਨ PTC ਜਦੋਂ ਇਹਦੇ 'ਚ ਆ ਗਿਆ ਅਤੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਜਿਹੜੀ ਸਿੱਖਾਂ ਦੀ ਵੱਡੀ ਮੰਗ ਸੀ ਇਹਨੂੰ ਦਰਕਿਨਾਰ ਕਰਕੇ ਸਾਈਡ 'ਤੇ ਕਰ ਦਿੱਤਾ ਗਿਆ ਅਤੇ ਲਗਾਤਾਰ PTC ਦੇ ਜਿਹੜੇ ਇੰਟਰਸਟ ਨੇ ਉਹਨਾਂ ਦੀ ਪੂਰਤੀ ਕੀਤੀ ਜਾਂਦੀ ਰਹੀ। ਅਤੇ ਇਹ ਮਸਲਾ ਉਦੋਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਇੱਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹੁਕਮਨਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਈਟ ਦੇ ਉੱਤੋਂ ਜਿਹੜਾ ਆ ਪ੍ਰਸਾਰਨ ਉਹਦਾ ਲਿਆ ਗਿਆ ਅਤੇ ਉਸ ਤੋਂ ਬਾਅਦ PTC ਨੇ ਇਤਰਾਜ਼ ਕੀਤਾ ਕਿ ਇਹ ਸਾਡੀ ਜਿਹੜੀ ਹੈ ਇੰਟਲੈਕਚੁਅਲ ਪ੍ਰਾਪਰਟੀ ਹੈ, ਕਿਸੇ ਕੋਲ ਰਾਈਟ ਨਹੀਂ ਹੈਗਾ ਕਿ ਇਸ ਨੂੰ ਵਰਤੇ ਅੱਗੇ। ਅਤੇ ਉਦੋਂ ਸਿੱਖਾਂ ਦੇ ਵਿੱਚ ਜਿਹੜੇ ਚਰਚਾ ਹੋਈ ਕਿ ਕੀ ਇਹ ਜਿਹੜਾ ਇਸ ਨੂੰ ਗੁਰਬਾਣੀ ਪ੍ਰਸਾਰ ਨੂੰ ਕੋਈ ਪ੍ਰੋਡਕਟ ਬਣਾ ਕੇ ਅੱਗੇ ਸੇਲ ਕੀਤਾ ਜਾ ਸਕਦਾ ਹੈ, ਵੇਚਿਆ ਜਾ ਸਕਦਾ ਆ। ਇਹ ਵੱਡਾ ਸਵਾਲ ਸੀਗਾ ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਰਬ ਸਾਂਝੀ ਦਾ ਇੱਕ ਕੇਂਦਰ ਹੈ। ਉੱਥੇ ਜਿਹੜੀ ਗੁਰਬਾਣੀ ਗਾਈ ਜਾਂਦੀ ਆ ਉਹ ਵੀ ਸਰਬ ਸਾਂਝੀ ਗੁਰਬਾਣੀ ਹੈ। ਉਹਨਾਂ ਬਾਰੇ ਗੁਰੂ ਸਾਹਿਬ ਨੇ, ਉਹਨਾਂ ਦੇ ਜਿਹੜੇ ਰਚਨਹਾਰੇ ਭਗਤ ਨੇ, ਗੁਰੂ ਸਾਹਿਬਾਨ ਨੇ, ਕਿਸੇ ਨੇ ਵੀ ਆਪਣਾ ਕੋਈ ਕਾਪੀਰਾਈਟ ਕਿਸੇ ਪਰਿਵਾਰ ਨੂੰ ਨਹੀਂ ਦਿੱਤਾ, ਕਿਤੇ ਕੋਈ ਇਸ ਤਰ੍ਹਾਂ ਨਹੀਂ ਹੈ, ਉਹ ਸਰਬ ਸਾਂਝੀ ਹੈ। ਅਤੇ ਉਹਨਾਂ ਤੋਂ ਇਲਾਵਾ ਜਿਹੜੇ ਉੱਥੇ ਕੀਰਤਨ ਕਰਦੇ ਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹੈ, ਉਹ ਕਿਸੇ TV ਚੈਨਲ ਦੇ ਮੁਲਾਜ਼ਮ ਨਹੀਂ ਹੈਗੇ ਅਤੇ ਨਾ ਹੀ ਉਹ ਦਰਬਾਰ ਸਾਹਿਬ ਕਿਸੇ TV ਚੈਨਲ ਦਾ ਜਿਹੜਾ ਸਟੂਡੀਓ ਆ। ਅਤੇ ਉੱਥੇ ਰਿਕਾਰਡ ਕੀਤੇ ਹੋਇਆ ਕੋਈ ਜਿਹੜਾ ਪ੍ਰੋਗਰਾਮ ਹੈ ਉਹ ਇੱਕ ਜਿਹੜਾ ਕਿਸੇ ਚੈਨਲ ਦਾ ਜਿਹੜਾ ਇੱਕ ਪ੍ਰੋਡਕਟ ਕਿਵੇਂ ਬਣ ਗਿਆ, ਉਹਦੇ ਜਿਹੜੇ ਆ ਉਹਨਾਂ ਦੇ ਪ੍ਰੋਪਰਟੀ ਰਾਈਟ ਦਾ ਉਹ ਕਿਉਂ ਜਿਹੜੀ ਮੰਗ ਕਰਦੇ, ਇਹ ਬੜਾ ਜਿਹੜਾ ਸਿਧਾਂਤਕ ਇਸ਼ੂ ਸੀ, ਉਹਦੇ ਨਾਲ ਆਰਕਾਈਵ ਵੀ ਜੁੜਿਆ ਹੋਇਆ। ਸੋ ਇਸ ਨੂੰ ਧਿਆਨ 'ਚ ਰੱਖਦਿਆਂ ਉਸ ਵਕਤ ਜਿਹੜੇ ਸਿਰਦ ਸਿੱਖ ਸੀ, ਚਿੰਤਕ ਸੀਗੇ, ਉਹਨਾਂ ਨੇ ਇਸ ਥਾਂ ਦੇ ਉੱਤੇ ਇਕੱਠ ਕੀਤਾ ਸੀ ਔਰ ਇਕੱਠ ਕਰਕੇ ਵਿਚਾਰਿਆ ਗਿਆ ਅਤੇ ਲਾਸਟ 'ਤੇ ਜਿਹੜਾ ਉਹਦਾ ਨਤੀਜਾ ਇਹ ਨਿਕਲਿਆ ਕਿ ਇੱਕ 5 ਮੈਂਬਰੀ ਕਮੇਟੀ ਜਿਹੜੀ ਆ ਬਣਾਈ ਗਈ, ਜਿਨ੍ਹਾਂ ਨੇ ਇਹ ਸਾਰੇ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਵਿਚਾਰਿਆ, ਦੇਖਿਆ। ਲਗਭਗ 2 ਸਾਲ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੀ ਰਿਪੋਰਟ ਜਿਹੜੀ ਹੈ 245 ਪੇਜ ਦੀ, ਉਹਨਾਂ ਦੇ ਵੱਖ-ਵੱਖ ਪਹਿਲੂ, ਦੁਨੀਆ ਭਰ ਦੇ ਜਿਹੜੇ 8-9 ਚੈਨਲ ਧਾਰਮਿਕ ਇਸ ਤਰ੍ਹਾਂ ਪ੍ਰਸਾਰਨ ਕਰਦੇ ਆਪਣੇ ਪ੍ਰੋਗਰਾਮ, ਉਹਨਾਂ ਸਾਰਿਆਂ ਦਾ ਵੇਰਵਾ ਦਿੱਤਾ ਗਿਆ ਔਰ ਸਾਰੀ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਅਧਿਕਾਰਤ ਜਿਹੜੇ ਸੋਮੇ ਆ ਉਹਨਾਂ ਤੋਂ ਲਈ ਗਈ। ਬਾਅਦ ਗੌਰਮੈਂਟ ਦੀ ਇਨਫੋਰਮੇਸ਼ਨ ਜਿਹੜੀ ਸੂਚਨਾ ਦੇ ਤਹਿਤ ਹੀ ਜਿਹੜੀ ਹੈ ਉਹਦੇ 'ਤੇ ਜਿਹੜੇ ਆ ਡਾਕੂਮੈਂਟ ਪੇਸ਼ ਕੀਤੇ ਗਏ ਅਤੇ ਉਹ ਜਿਹੜੀ ਸੀਗੀ ਰਿਪੋਰਟ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਵਿੱਚ ਵੀ ਵਿਚਾਰੀ ਗਈ, ਕੁਝ ਮੈਂਬਰਾਂ ਨੇ ਪੇਸ਼ ਕੀਤੀ ਉਹਦੇ 'ਤੇ। ਉਸ ਤੋਂ ਬਾਅਦ ਹੀ ਉਹਦੇ ਪ੍ਰਤੀਕਰਮ ਦਿੰਦਿਆਂ ਹੋਇਆਂ ਜਥੇਦਾਰ ਸਾਹਿਬ ਨੂੰ ਜਦੋਂ ਪ੍ਰੈਸ਼ਰ ਪਿਆ ਤਾਂ ਉਹਨਾਂ ਨੇ ਇਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਇੱਕ ਸ਼੍ਰੋਮਣੀ ਕਮੇਟੀ PTC ਦਾ ਬੰਦ ਕਰਕੇ ਔਰ ਇੱਕ ਵੱਖਰਾ ਜਿਹੜਾ ਆ ਆਪਣਾ ਚੈਨਲ ਸਥਾਪਿਤ ਕਰੇ। ਚਲੋ ਉਹ ਗੱਲ ਜਿਹੜੀ ਆ ਉਹ ਸਿਰੇ ਨਾ ਲੱਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਬੰਧਕ ਨੇ
ਜਾਂ ਸੇਵਾਦਾਰ ਨੇ ਉਹ ਲਗਾਤਾਰ ਇਸ ਗੱਲ ਨੂੰ ਡਿਨਾਈ ਕਰਦੇ ਰਹੇ ਅਤੇ ਉਹ ਇੱਕ ਪਰਿਵਾਰ ਦਾ ਜਿਹੜਾ ਆ ਇੱਕ ਨਿੱਜੀ ਚੈਨਲ ਦਾ ਇੰਟਰਸਟ ਜਿਹੜਾ ਪੂਰਾ ਕਰਨ ਲਈ ਸਾਰੇ ਸਰਗਰਮ ਰਹੇ। ਉਹ ਲਾਸਟ ਦੇ ਜਦੋਂ ਜਥੇਦਾਰ ਸਾਹਿਬ ਨੇ ਦੂਜੀ ਵਾਰੀ ਫਿਰ ਕਿਹਾ ਦਮਦਮਾ ਸਾਹਿਬ ਤੋਂ ਹੁਕਮ ਦੇ ਰੂਪ ਵਿੱਚ ਕਿਹਾ, ਉਹਨੂੰ ਵੀ ਉਹਨਾਂ ਨੇ ਦਰਕਨਾਰ ਕੀਤਾ, ਉਹਦੀ ਕੋਈ ਪਰਵਾਹ ਨਹੀਂ ਕੀਤੀ। ਔਰ ਉਸ ਤੋਂ ਬਾਅਦ ਹਾਲਾਤ ਇੱਥੇ ਪਹੁੰਚ ਗਏ ਆ ਕਿ ਕ੍ਰੈਡੀਬਿਲਿਟੀ ਲਗਾਤਾਰ ਡਾਊਨ ਹੋ ਰਹੀ ਸੀਗੀ ਅਤੇ ਅੱਜ ਜਦੋਂ ਐਡਾ ਵੱਡਾ ਅਟੈਕ ਸਰਕਾਰ ਨੇ ਕਰਤਾ ਜਿਹਦੇ ਕੋਲ ਅਧਿਕਾਰ ਹੀ ਕੋਈ ਨਹੀਂ ਸੀਗਾ ਗੁਰਦੁਆਰਾ ਸੋਧ ਬਿੱਲ ਲੈ ਕੇ ਆਉਣ ਦਾ, ਤਾਂ ਉਹਨਾਂ ਨੇ ਲੈ ਕੇ ਆਂਦਾ ਔਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨ ਵਾਲਾ ਵੀ ਕੋਈ ਬੰਦਾ ਜਿਹੜਾ ਕੋਈ ਧਿਰ ਨਹੀਂ ਬਚੀ ਅੱਜ ਦੀ ਹਾਲਤ ਵਿੱਚ। ਔਰ ਉਮੀਦ ਹੋਣੀ ਜੇਕਰ ਇਹਨਾਂ ਨੇ ਪੈਰਵਾਈ ਪੰਥਕ ਹਿੱਤਾਂ ਦੀ ਕੀਤੀ ਹੁੰਦੀ ਤਾਂ ਅੱਜ ਸਾਰਾ ਪੰਜਾਬ ਇਹਨਾਂ ਵਾਸਤੇ ਬਾਹਰ ਆ ਜਾਣਾ ਸੀਗਾ, ਕਿਉਂਕਿ ਜਿਹੜਾ ਪ੍ਰਤਾਪ ਸਿੰਘ ਕੈਰੋ ਆ ਇਹਦੇ ਨਾਲੋਂ ਕੋਈ ਸਖਤ ਪੰਜਾਬ ਦਾ CM ਨਹੀਂ ਸੀ। ਔਰ ਲੋਕਾਂ ਨੇ ਜਦੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕੀਤੀ ਉਹਨੂੰ ਵੀ ਮੂੰਹ ਤੋੜਵਾ ਜਵਾਬ ਦਿੱਤਾ ਸੀਗਾ। ਔਰ ਜੇਕਰ ਇਹਨਾਂ ਦੇ ਕੋਲ ਕੋਈ ਮੋਰਲ ਗਰਾਊਂਡ ਹੁੰਦਾ ਤਾਂ ਅੱਜ ਇਹ ਹਾਲਾਤ ਨਹੀਂ ਸੀ ਹੋਣੇ। ਅੱਜ ਜਿਹੜੇ ਹਾਲਾਤ ਹੋ ਗਏ ਕਿ ਕੋਈ ਵੀ ਇਹਨਾਂ ਦੇ ਹੱਕ ਵਿੱਚ ਨਾ ਬੋਲਣਾ ਔਰ ਲੋਕ ਕਿਸੇ ਨਾ ਕਿਸੇ ਪੱਧਰ 'ਤੇ ਇਹ ਸੋਚ ਰਹੇ ਆ ਕਿ ਕੋਈ ਗੱਲ ਨਹੀਂ, ਇਹ ਵੀ ਚੋਰ ਸੀ, ਕੋਈ ਜੇ ਹੋ ਗਿਆ। ਹਾਲਾਂਕਿ ਫਿਰ ਇਹ ਪ੍ਰਥਾ ਬਹੁਤ ਮਾੜੀ ਹੈ। ਅੱਜ ਭਗਵੰਤ ਮਾਨ ਦਾ ਫਿਰ ਵੀ ਸੰਬੰਧ ਸਮਾਜ ਦੇ ਕੁਝ ਸਿਰਜ ਲੋਕਾਂ ਨਾਲ ਹੈ, ਹੋ ਸਕਦਾ ਕੁਝ ਮਰਿਆਦਾ ਵਿੱਚ ਵੀ ਰਹਿ ਕੇ ਗੱਲ ਕਰ ਲੈਣਾ, ਪਰੰਤੂ ਕੱਲ੍ਹ ਨੂੰ BJP ਦਾ ਜਾਂ ਹੋਰ ਕਿਸੇ ਪਾਰਟੀ ਦਾ ਚੀਫ ਮਿਨਿਸਟਰ ਆਉਂਦਾ ਆ, ਉਹ ਆ ਕੇ ਇਸ ਤਰ੍ਹਾਂ ਹੀ ਗੁਰਦੁਆਰੇ ਦੇ ਵਿੱਚ ਜਾਂ ਸਿੱਖਾਂ ਦੇ ਜਿਹੜੇ ਅੰਦਰੂਨੀ ਮਸਲੇ ਆ ਇਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਤਾਂ ਇਹ ਪ੍ਰਥਾ ਹੋਰ ਪਾਸੇ ਨੂੰ ਜਾ ਸਕਦੀ ਆ। ਔਰ ਜਿਹੜਾ ਆ ਸਿੱਖ ਪੰਥ ਪਹਿਲਾਂ ਹੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਭਰੋਸੇਯੋਗਤਾ ਲਗਭਗ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ, ਇਹ ਤਿੰਨ ਜਿਹੜੀਆਂ ਵੱਡੀਆਂ ਸੰਸਥਾਵਾਂ ਸੀ, ਇਹਨਾਂ ਨੂੰ ਅਸੀਂ ਮੰਨਦੇ ਹਾਂ ਕਿ ਜਿੱਥੇ ਸਰਕਾਰ ਨੇ ਆਪਣੇ ਯਤਨ ਕੀਤੇ ਉਸ ਤੋਂ ਪਹਿਲਾਂ ਜਿਹੜਾ ਉਹਦੇ ਵਾਸਤੇ ਮੈਦਾਨ ਹੈ ਜਿਹੜਾ ਉਹ ਸ਼੍ਰੋਮਣੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤਿਆਰ ਕਰਕੇ ਦਿੱਤਾ ਹੈ, ਜਿੱਥੇ ਜਿਹੜੇ ਸਾਰਾ ਕੁਛ ਹੋ ਗਿਆ ਆ। ਲੋਕਾਂ ਦੀ ਜਿਹੜੇ ਸਿੱਖਾਂ ਦੀ ਸੈਕੀ ਸੀ ਉਹਦੇ ਪਲੇਅ ਕੀਤਾ ਸਿਆਸੀ ਤੌਰ 'ਤੇ ਭਗਵੰਤ ਮਾਨ ਨੇ ਕੱਲ੍ਹ ਪਰਸੋਂ ਜਿਹੜਾ ਸੋਧ ਬਿੱਲ ਲੈ ਕੇ ਆਂਦਾ ਆ। ਸੋਧ ਬਿੱਲ ਗੁਰਬਾਣੀ ਦਾ ਅਧਿਕਾਰ ਦਵਾਏਗਾ ਨਹੀਂ ਦਵਾਏਗਾ ਇਹ ਵੱਖਰੀਆਂ ਚੀਜ਼ਾਂ ਨੇ, ਲੇਕਿਨ ਉਹਨੇ ਜਿਹੜਾ ਇੱਕ ਆਪਣਾ ਗੋਲ ਕਰਨਾ ਸੀਗਾ ਉਹ ਕਰ ਲਿਆ ਆ ਅਤੇ ਪੋਲੀਟੀਕਲ ਜਿਹੜਾ ਉਹ ਕੰਮ ਕਰਨਾ ਜਿਹੜਾ ਮਕਸਦ ਸੀਗਾ ਭਗਵੰਤ ਮਾਨ ਦਾ ਉਹ ਲਗਭਗ ਉਹਨਾਂ ਨੇ ਪੂਰਾ ਕਰ ਲਿਆ ਹੈ। ਅਤੇ ਹੁਣ ਜਿਹੜਾ ਹੈ ਸਿੱਖਾਂ ਦੇ ਪੱਲੇ ਕੁਛ ਮੇਰੇ ਖਿਆਲ ਇਹਦੇ ਨਾ ਐਕਟ ਤੋਂ ਕੁਛ ਪੈਣਾ ਹੈ। ਹਾਲੇ ਸਰਕਾਰ ਵੀ ਸਿਰ 'ਤੇ ਹੁੰਦੀ ਤਾਂ ਸਰਕਾਰ ਇਵੇਂ ਦਾ ਬਿੱਲ ਲੈ ਕੇ ਆਉਂਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਰ ਸਾਲ ਜਿਵੇਂ ਪੰਚਾਇਤ ਦੀਆਂ 5 ਸਾਲ ਬਾਅਦ ਹੁੰਦੀਆਂ ਨੇ ਨਿਯਤ ਟਾਈਮ 'ਤੇ ਹੋਣ, ਪਰੰਤੂ ਉਹਦੇ ਵਾਸਤੇ ਨਾ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਉਹਨਾਂ ਦੀ ਲੀਡਰਸ਼ਿਪ ਨੇ ਮੰਗ ਕੀਤੀ ਹੈ। ਅੱਜ ਦੇ ਯੁੱਗ ਦੇ ਵਿੱਚ ਵੀ ਉਹ ਬੜੇ ਤਰੀਕੇ ਨਾਲ ਕਹਿ ਰਹੇ ਆ ਕਿ ਸਾਨੂੰ 5 ਸਾਲ ਪਹਿਲਾਂ ਨਹੀਂ ਮਿਲੇ, 5 ਸਾਲ ਹੋਰ ਦੇ ਦਿਓ, ਅਤੇ ਅਜੇ ਤੱਕ ਵੀ ਕੋਈ ਇਸ ਤਰ੍ਹਾਂ ਦਾ ਮੰਗ ਦੇ ਰੂਪ 'ਚ ਕੋਈ ਕਦੀ ਨਹੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਉਹ ਕਰਾਈਆਂ ਜਾਣ। ਇਹ ਸਾਰਾ ਮਸਲਾ ਇਹਦੇ ਵਿੱਚ ਜਿਹੜਾ ਆ ਕਿਉਂਕਿ ਰਿਪੋਰਟ ਜਿਹੜੀ ਤਿਆਰ ਕੀਤੀ ਉਹਦੇ ਵਿੱਚ ਅਜੇਪਾਲ ਸਿੰਘ ਬਰਾੜ ਜੀ ਇੱਕ ਮੈਂਬਰ ਸਨ, ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਰਿਪੋਰਟ ਦੇ ਵਿੱਚ ਜਿਹੜਾ ਸੱਚ ਸਾਹਮਣੇ ਆਇਆ ਸੀ ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਆ ਉਹ ਵਿਚਾਰ ਕਰਨ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਆ ਕਿ ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਵੀ ਇਹ ਜਿਹੜੀ ਇਸ਼ੂ ਹੈਗਾ ਇਜਾਰੇਦਾਰੀ ਦਾ ਜਿਹੜਾ ਕੰਮ ਹੈ ਜਾਂ ਮੋਨੋਪਲੀ ਦਾ ਕੰਮ ਹੈਗਾ ਬਾਣੀ ਦੇ ਉੱਤੇ, ਇਹ ਬੁਨਿਆਦੀ ਤੌਰ 'ਤੇ ਹੀ ਸਿੱਖੀ ਸਿਧਾਂਤ ਦੇ ਵਿਰੁੱਧ ਹੈ। ਜਿਹੜੀ ਬਾਣੀ ਹੈ ਉਹ ਸਰਬੱਤ ਵਾਸਤੇ ਅਤੇ ਸਾਰਿਆਂ ਵਾਸਤੇ ਹੈਗੀ ਆ। ਉਹਦੇ ਉੱਤੇ ਜਦੋਂ ਪਿੱਛੇ ਜੇ 3-4 ਸਾਲ ਪਹਿਲਾਂ ਇਹਨਾਂ ਨੇ ਜਦੋਂ ਕਿਸੇ ਨੇ YouTube 'ਤੇ ਉਹ ਸ਼ੇਅਰ ਕੀਤੀ ਜਾਂ ਅੱਗੇ ਕੀਤੀ ਤਾਂ PTC ਨੇ ਇਹ ਕਲੇਮ ਕਰਕੇ ਉਹਨੂੰ ਰੁਕਵਾਇਆ ਕਿ ਸਾਡਾ ਇਹਦੇ 'ਤੇ ਐਕਸਕਲੂਸਿਵ ਅਤੇ ਐਬਸੋਲੂਟ ਰਾਈਟ ਆ ਕਿ ਮਤਲਬ ਅਸੀਂ ਹੀ ਇਹਦੇ ਹੱਕਦਾਰ ਹਾਂ। ਇਹਦਾ ਜਿਹੜਾ ਕੰਟੈਂਟ ਕ੍ਰੀਏਟ ਹੁੰਦਾ ਜਾਂ ਕਿ ਤੁਸੀਂ ਜਿਵੇਂ ਪ੍ਰੈਸ ਤੋਂ ਅੱਜ ਕੱਲ੍ਹ ਡਿਜੀਟਲ ਮੀਡੀਆ 'ਚ ਹੀ ਆ, ਤੁਹਾਨੂੰ ਪਤਾ ਹੀ ਹੈ ਕਿ ਕੰਟੈਂਟ ਕਿੰਨਾ ਕੁ ਇੰਪੋਰਟੈਂਟ ਹੈਗਾ। ਉਸ ਚੀਜ਼ ਨੂੰ ਲੈ ਕੇ ਉਸ ਤੋਂ ਗੱਲ ਸ਼ੁਰੂ ਹੋਈ ਤਾਂ ਅਸੀਂ ਇੱਕ ਇਹਦਾ ਅਗਾਂਹ ਇਹਦਾ ਐਨਾਲਿਸਿਸ ਕੀਤਾ, ਰਿਪੋਰਟ ਅਸੀਂ ਜਾਰੀ ਕੀਤੀ ਸੀ। ਜੇ ਕਿਸੇ ਵੀ ਨੂੰ ਤੁਹਾਨੂੰ ਚਾਹੀਦੀ ਹੋਵੇ ਤਾਂ PDF ਇਹਦੀ ਅਵੇਲੇਬਲ ਆ, ਤੁਸੀਂ ਆਪਦਾ ਨੰਬਰ ਦੇ ਦਿਓ ਅਤੇ ਅਸੀਂ ਸੈਂਡ ਕਰ ਦਾਂਗੇ। ਵੈਸੇ ਉਦੋਂ ਜਾਰੀ ਇਹ 2 ਸਾਲ ਦੀ ਮਿਹਨਤ ਤੋਂ ਬਾਅਦ ਇਹ ਜਾਰੀ ਹੋਈ ਸੀਗੀ। ਇਹਦੇ 'ਤੇ 3 ਪੱਖ ਹੈਗੇ ਆ। ਪਹਿਲਾ ਪੱਖ ਇਹਦਾ ਇਹ ਹੈਗਾ ਕਿ PTC ਨੂੰ ਜਦੋਂ ਕੰਟਰੈਕਟ ਦਿੱਤਾ ਗਿਆ ਜਾਂ PTC ਨਹੀਂ ਐਕਚੁਅਲੀ G-Next ਮੀਡੀਆ ਨਾਂ ਦੀ ਕੰਪਨੀ ਹੈ ਜਿਹਦਾ PTC ਬ੍ਰਾਂਡ ਆ, ਉਹਨਾਂ ਨੂੰ ਜਦੋਂ ਇਹ ਦਿੱਤਾ ਗਿਆ ਤਾਂ ਕੀ ਸਾਰੇ SGPC ਨੇ ਵਿਧੀ ਵਿਧਾਨ ਫੋਲੋ ਕੀਤੇ ਕਿ ਨਹੀਂ ਕੀਤੇ, ਉਹਨਾਂ ਦੇ ਲੇਡ ਡਾਊਨ ਪ੍ਰੋਸੈਸਿਸ ਹੈਗੇ ਆ। ਇਸੇ ਤਰੀਕੇ ਨਾਲ ਅਗਾਂਹ ਐਨਾਲਿਸਿਸ ਹੈਗਾ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਉਹ ਕਿਵੇਂ ਹੋਣਾ ਚਾਹੀਦਾ।
ਤੇ ਇੱਕ ਤੀਜਾ ਭਾਗ ਇਹ ਹੈਗਾ ਕਿ ਜਿਹਦੇ ਵਿੱਚ ਕਿ ਉਸ ਸਮੇਂ ਬਾਕੀ ਅਦਾਰਿਆਂ ਨੇ ਕਿਵੇਂ ਕੀਤਾ, ਕਿ ਬਾਕੀ ਹੋਰ ਧਾਰਮਿਕ ਅਦਾਰੇ ਦੁਨੀਆ ਭਰ ਦੇ ਜਾਂ ਭਾਰਤ ਦੇ ਅਦਾਰੇ ਕਿਵੇਂ ਇਹਨੂੰ ਫੋਲੋ ਕਰ ਰਹੇ ਆ, ਤੇ ਅਖੀਰ ਦੇ ਵਿੱਚ ਕਿ ਆਪਣੇ ਕੀ ਮੈਥਡ ਫੋਲੋ ਕਰਨਾ ਚਾਹੀਦਾ, ਉਹ ਆਪਾਂ ਓਪਨ ਹੈਗੇ ਆ, ਸਾਰੇ ਸੰਗਤ ਨੇ ਫੈਸਲਾ ਕਰਨਾ ਹੈ ਕਿ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਸਭ ਕੁਝ। ਮੋਟੀ ਗੱਲ ਇਹ ਆ ਕਿ ਵੀ ਟੀਵੀ ਚੈਨਲ ਜਿਹੜਾ ਇੱਕ ਮਾਧਿਅਮ ਹੈਗਾ, ਜਿਵੇਂ ਪਹਿਲਾਂ ਪ੍ਰਿੰਟਿੰਗ ਪ੍ਰੈਸ ਲੱਗੀ ਸੀ, ਉਦੋਂ ਵੀ ਬਹੁਤ ਸੁਹਿਰਦ ਸਿੱਖਾਂ ਨੇ ਪੈਸਾ ਇਕੱਠਾ ਕਰਕੇ, ਸਰਮਾਏਦਾਰਾਂ ਨੇ ਪੈਸਾ ਦਿੱਤਾ। ਕਿਸੇ ਨੇ ਇਹ ਨਹੀਂ ਕਿਹਾ ਵੀ ਮੇਰੀ ਪ੍ਰੈਸ ਹੋ ਜੂਗੀ ਹੁਣ ਇੱਥੇ ਛਪਿਆ ਕਰੂਗਾ, ਉਹਨਾਂ ਨੇ ਪ੍ਰੈਸ SGPC ਨੂੰ ਜਾਂ ਖਾਲਸਾ ਪ੍ਰੈਸ ਲਾ ਕੇ ਦਿੱਤੀ। ਇਸੇ ਤਰੀਕੇ ਨਾਲ ਹੁਣ ਜੋ ਸਮਾਂ ਸੀਗਾ ਉਹਦੇ ਵਿੱਚ ਇਹ ਮੈਨੀਫੈਸਟੋ ਰੱਖਿਆ ਅਕਾਲੀ ਦਲ ਨੇ, ਆਪਦਾ ਪਾਰਟ ਰੱਖਿਆ ਉਸ ਮੈਨੀਫੈਸਟੋ ਦਾ ਕਿ ਅਸੀਂ ਟੀਵੀ ਚੈਨਲ ਲਿਆਵਾਂਗੇ। ਉਹਨਾਂ ਨੇ ਮਤਾ ਵੀ ਪਾਇਆ ਆਪਦੇ ਹਾਊਸ ਦੇ ਵਿੱਚ। ਉਦੋਂ ਬਾਅਦ ਇੱਕ ਨਿੱਜੀ ਕੰਪਨੀ ਨੂੰ ਦੇਣ ਵਾਸਤੇ, ਇੱਕ ਪਰਟੀਕੂਲਰ ਪਰਿਵਾਰ ਨੂੰ ਦੇਣ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਇਹ ਤਾਂ ਸਾਡੀ ਸਮਰੱਥਾ ਤੋਂ ਹੀ ਬਾਹਰ ਹੈਗਾ। ਹਾਲਾਂਕਿ ਕੋਈ ਐਡੀ ਵੱਡੀ ਕੰਮ ਨਹੀਂ ਸੀਗਾ ਉਦੋਂ ਵੀ, ਤੇ ਅੱਜ ਵੀ ਕੋਈ ਇਹ ਸਿੱਖਾਂ ਦੇ ਮਾਰ ਤੋਂ ਬਾਹਰ ਨਹੀਂਗਾ। ਇੱਥੋਂ ਤੱਕ ਬਦਨੀਤੀ ਹੈ ਕਿ ਤੁਸੀਂ ਵੇਖੋ ਕਿ YouTube ਚੈਨਲ ਜਿਹੜਾ ਕਿ ਮੇਰਾ ਖਿਆਲ ਤੁਹਾਡੇ 'ਚੋਂ ਕਿਸੇ 2-4 ਨੌਜਵਾਨਾਂ ਨੂੰ ਬੁਲਾਉਂਦੇ, ਉਹ 2-4 ਦਿਨਾਂ 'ਚ ਜਾਂ ਹਫ਼ਤੇ 10 ਦਿਨਾਂ 'ਚ ਉਹਨਾਂ ਨੂੰ ਚੰਗਾ ਸੈੱਟ ਕਰਕੇ ਦਿੰਦਾ, ਉਹਦਾ ਵੀ ਉਹ ਕਹਿ ਰਹੇ ਆ ਵੀ 10 ਮਹੀਨੇ ਹੋ ਗਏ, ਅਸੀਂ ਹਲੇ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਜਲਦ ਸੈੱਟ ਕਰਾਂਗੇ। ਇੱਥੋਂ ਉਹਨਾਂ ਦੀ ਨੀਅਤ ਦਾ ਪਤਾ ਲੱਗਦਾ ਹੈਗਾ। ਤਾਂ ਇਹ ਆ ਕਿ ਵੀ ਇਹ ਲਗਾਤਾਰ ਕਰਦੇ ਜਾ ਰਹੇ ਆ। ਇਹਦੇ ਕੌਨਸੀਕੁਐਂਸਿਸ ਇਕੱਲੇ ਸਾਡੇ ਗੁਰਬਾਣੀ 'ਤੇ ਨਹੀਂ ਪਏ, ਸਾਡੇ ਇੱਕ ਜੇ ਕਹਿੰਦੇ ਆ ਨਾ ਕਿ ਵੀ ਇੱਕ ਰਾਹ ਖੋਲ੍ਹਤਾ ਇਹਨਾਂ ਦੀ ਕਰਤੂਤਾਂ ਨੇ ਕਹਿ ਲਓ, ਜਾਂ ਇਹਨਾਂ ਜਿਸ ਤਰੀਕੇ ਨਾਲ ਇਹਨਾਂ ਨੇ ਹੈਂਡਲ ਕੀਤਾ ਸਾਰੀ ਚੀਜ਼ ਨੂੰ, ਕਿ ਇਦੋਂ ਪਹਿਲਾਂ ਸਿਰਫ ਪ੍ਰਤਾਪ ਸਿੰਘ ਕੈਰੋਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਵੀ 35 ਮੈਂਬਰ ਵਧਾ ਕੇ ਤੇ ਮਾਸਟਰ ਤਾਰਾ ਸਿੰਘ ਨੂੰ ਪਾਸੇ ਰੱਖਿਆ ਜਾਵੇ 1959 ਦੇ ਵਿੱਚ, 58 ਦੇ ਵਿੱਚ। ਉਦੋਂ ਬਾਅਦ ਜਦੋਂ ਉਸ ਚੀਜ਼ ਦੇ ਅਗੇਂਸਟ ਪ੍ਰੋਟੈਸਟ ਹੋਈ ਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਸਿੱਖ ਬਾਹਰ ਆਏ ਕਿ ਮਾਸਟਰ ਜੀ ਦੀ ਅਰੈਸਟ ਦੇ ਬਾਵਜੂਦ ਦਿੱਲੀ ਦੇ ਵਿੱਚ ਟ੍ਰੇਨਾਂ ਰੋਕ ਦਿੱਤੀਆਂ ਗਈਆਂ, ਬੱਸਾਂ ਰੋਕ ਦਿੱਤੀਆਂ, ਫਿਰ ਵੀ ਬਹੁਤ ਵੱਡੀ ਪ੍ਰੋਟੈਸਟ ਆਈ। ਤੇ ਜਵਾਹਰ ਲਾਲ ਨਹਿਰੂ ਜਿਹੜਾ ਬੈਠਣ ਨੂੰ ਤਿਆਰ ਨਹੀਂ ਸੀ, ਉਹਨੂੰ ਮਾਸਟਰ ਜੀ ਨੂੰ ਬੁਲਾ ਕੇ ਗੱਲਬਾਤ ਕਰਕੇ ਇੱਕ ਉਹਨਾਂ ਦੇ ਦਰਮਿਆਨ ਸਮਝੌਤਾ ਹੋਇਆ ਜਿਹਨੂੰ ਤਾਰਾ ਸਿੰਘ ਨਹਿਰੂ ਪੈਕਟ ਕਹਿੰਦੇ ਆ। ਮਤਲਬ ਇੰਨੀ ਤਾਕਤ ਸੀ ਲੋਕਾਂ ਦੀ ਮੋਰਲ। ਅੱਜ ਵੀ ਲੋਕ ਬਾਹਰ ਆਉਂਦੇ ਜੇ ਸਰਕਾਰ ਨਜਾਇਜ਼ ਹੁੰਦੀ ਜਾਂ ਇਹ ਬੰਦਿਆਂ ਦਾ ਮੋਰਲ ਗਰਾਊਂਡ ਹੁੰਦਾ, ਪਰ ਇਹਨਾਂ ਨੇ ਇੰਨਾ ਧੱਕਾ ਕੀਤਾ ਹੋਇਆ ਸੀ ਕੌਮ ਨਾਲ ਕਿ ਇਹਨਾਂ ਨੇ ਪਹਿਲੀ ਗੱਲ ਤਾਂ ਟੈਲੀਵਿਜ਼ਨ ਚੈਨਲ ਆਪਦਾ ਉਹ ਰਾਹ ਬਣਾ ਲਿਆ। ਦੂਜੀ ਗੱਲ ਇਹ ਆ ਕਿ ਵੀ ਨਾਲ ਦੀ ਨਾਲ ਇਹਨਾਂ ਨੇ ਇਹ ਆ ਕਿ ਇੱਕ ਰਾਹ ਖੋਲ੍ਹਤਾ ਸਰਕਾਰਾਂ ਦੇ ਇੰਟਰਵੈਂਸ਼ਨ ਨੂੰ। ਇਹ ਹੋ ਸਕਦਾ ਪੋਜ਼ਿਟਿਵ ਹੋਵੇ, ਕੱਲ੍ਹ ਨੂੰ ਕੋਈ ਨੈਗੇਟਿਵ ਇੰਟਰਵੈਂਸ਼ਨਸ ਹੋਣੀਆਂ ਸ਼ੁਰੂ ਹੋ ਜਾਣਗੀਆਂ, ਇੱਕ ਰੀਤ ਬਣ ਜੂਗੀ। ਸੋ ਐਡਾ ਵੱਡਾ ਜਿਹੜਾ ਹੈਗਾ, ਧਾਮੀ ਸਾਹਿਬ ਕਿਸੇ ਹੋਰ ਰਾਹ 'ਤੇ ਫਿਰਦੇ ਆ। ਅਸੀਂ ਧਾਮੀ ਸਾਹਿਬ ਨੂੰ, ਹੋਰ ਅਹੁਦੇਦਾਰਾਂ ਨੂੰ, ਸਾਰਿਆਂ ਨੂੰ ਇਹ ਪ੍ਰੈਸ ਰਿਲੀਜ਼ ਕਰਨ ਤੋਂ ਪਹਿਲਾਂ, ਰਿਲੀਜ਼ ਕਰਨ ਤੋਂ ਬਾਅਦ ਮੌਕੇ ਤੇ ਜਾ ਕੇ ਕਹਿੰਦੇ ਰਹੇ ਆ ਕਿ ਜੀ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਤੁਸੀਂ, ਇਹ ਬਹੁਤ ਖਤਰਨਾਕ ਹੋ ਸਕਦਾ। ਜਥੇਦਾਰ ਸਾਹਿਬ ਦਾ ਵੀ ਕਮਿਊਨੀਕੇਸ਼ਨ ਸੀ। ਇਸ ਤੋਂ ਇਲਾਵਾ ਜਿਹੜਾ ਮੁੱਖ ਅਸਲ ਕਾਰਨ ਉਹ ਹੈਗਾ ਕਿ ਇੱਕ ਤਾਂ ਇਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਬੋਡੀ ਐਸ ਸੱਚ ਐਕਟ ਹੈਗਾ, ਇਹ ਵੈਸੇ ਹੀ ਸਾਡੇ 'ਤੇ ਥੋਪਿਆ ਗਿਆ, ਪਰ ਫਿਰ ਵੀ ਉਹ ਥੋਪੇ ਜਾਣ ਤੋਂ ਬਾਅਦ ਵੀ ਤੁਸੀਂ ਵੇਖੋ ਕਿ 17 ਸਾਲ 11 ਸਾਲ 1966 ਤੋਂ ਬਾਅਦ ਤਾਂ ਕਦੀ 11 ਸਾਲ ਬਾਅਦ ਚੋਣ, ਕਦੀ 17 ਸਾਲ ਬਾਅਦ ਚੋਣ। ਉਹਦੇ ਉੱਤੇ ਤਾਂ ਇੱਥੋਂ ਤੱਕ ਕਿ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ 2003 ਦੇ ਵਿੱਚ ਮਨਮੋਹਨ ਸਿੰਘ ਵਰਸਸ ਸਟੇਟ ਆਫ ਪੰਜਾਬ 'ਚ ਆਖਿਆ ਕਿ ਡੈਮੋਕ੍ਰੇਸੀ ਨਾਂ ਦੀ ਚੀਜ਼ ਹੀ ਨਹੀਂ ਛੱਡੀ ਸਰਕਾਰ ਨੇ, ਕੇਂਦਰ ਨੇ SGPC ਨੂੰ ਲੈ ਕੇ। ਤਾਂ ਇਹ ਆ ਕਿ ਹੁਣ ਵੀ 11 ਸਾਲ 12 ਸਾਲ ਹੋ ਗਏ ਚੋਣਾਂ ਹੋਈਆਂ ਨੂੰ। ਜੇ ਚੋਣਾਂ ਨਹੀਂ ਹੋਣਗੀਆਂ, ਇਹ ਜੇ ਲੋਕ ਕਾਬਜ ਹੋ ਜਾਣਗੇ, ਡਿਫੰਕਟ ਆਰਗੇਨਾਈਜੇਸ਼ਨ ਹੋ ਜੂ, ਉਹਦਾ ਕੋਈ ਜਿਹੜਾ ਸਿੱਖਾਂ ਦਾ ਜਮਹੂਰੀ ਹੱਕ ਹੈਗਾ ਆਪਦੇ ਅਦਾਰਿਆਂ ਨੂੰ ਚਲਾਉਣ ਦਾ, ਉਹ ਖੋਇਆ ਜਾ ਰਿਹਾ ਹੈ। ਤੇ ਸ਼੍ਰੋਮਣੀ ਕਮੇਟੀ ਦੇ ਲੋਕਾਂ ਨੇ ਵੀ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕੀਤਾ ਜਾਵੇ। ਸੋ ਸਾਡੀ ਇਹ ਮੰਗ ਹੈਗੀ ਆ ਕਿ ਪਹਿਲੀ ਗੱਲ ਤਾਂ ਇਸ ਤਰੀਕੇ ਨਾਲ ਆ ਜਿਹੜੀ ਜਿਵੇਂ ਅਸੀਂ ਰਿਪੋਰਟ ਦੇ ਵਿੱਚ ਜਾਂ ਹੋਰ ਜਿਵੇਂ ਸਿੱਖ ਮੰਗ ਕਰ ਰਹੇ ਆ ਕਿ ਗੁਰਬਾਣੀ ਦਾ ਆਪਦਾ ਚੈਨਲ ਹੋਵੇ SGPC ਦਾ, ਉਹ ਕਿਸੇ ਸ਼ਰਤਾਂ ਦੇ ਉੱਤੇ ਬਾਕੀ ਚੈਨਲਾਂ ਨੂੰ ਦੇਵੇ। ਸਰਕਾਰ ਨੇ ਜਿਹੜੀ ਇੰਟਰਵੈਂਸ਼ਨ ਕੀਤੀ ਆ, ਸਰਕਾਰ ਉਹਨੂੰ ਇਸ ਮੱਦੇ ਨਜ਼ਰ ਵੇਖਦੇ ਹੋਏ ਕਿ ਜੇ ਇਹ ਚੀਜ਼ ਹੁੰਦੀ ਆ ਤਾਂ ਉਹਨੂੰ ਵਾਪਸ ਲਵੇ। ਤੇ ਤੀਜੀ ਗੱਲ, ਵੱਡੀ ਮੇਨ ਗੱਲ ਆ ਕਿ ਚੋਣਾਂ ਜਲਦੀ ਤੋਂ ਜਲਦੀ ਕਰਾਈਆਂ ਜਾਣ ਤੇ ਸੈਕਸ਼ਨ 51 ਜਿਹੜਾ ਹੈਗਾ ਚੋਣਾਂ ਦਾ, ਉਹਨੂੰ ਅਮੈਂਡ ਕੀਤਾ ਜਾਵੇ ਕਿ ਵੀ ਇਹ ਹੋਵੇ ਵੀ 4 ਜਾਂ 5 ਜਾਂ 6 ਸਾਲ ਜੋ ਵੀ ਮਰਿਆਦ ਰੱਖਣੀ ਉਹਦੇ ਵਿੱਚ ਉਹ ਚੋਣਾਂ ਹਰ ਵਾਰੀ ਹੋਣ। ਇੰਨਾ ਹੀ ਇਜਾਜ਼ਤ ਲੂੰਗਾ। ਕੋਈ ਤੁਹਾਡਾ ਸਵਾਲ ਹੋਵੇ ਬਾਈ ਹਰਿਆਂ ਨੂੰ ਬੋਲ ਲੈਣ ਦਿਓ। ਤੱਤ ਮੋਟੇ ਤੌਰ 'ਤੇ ਇਹ ਹੈ ਕਿ ਜਿਹੜਾ PTC ਨੂੰ, ਜਿਹੜਾ GNext ਨੂੰ ਜਾਂ ETC ਦੋਨਾਂ ਨੂੰ ਜਦੋਂ ਕੰਟਰੈਕਟ ਦਿੱਤੇ ਗਏ, ਇਹ ਸਾਰੇ ਜਿਹੜੇ ਵਿਧੀ ਵਿਧਾਨ ਜਿਹੜੇ ਪ੍ਰੋਸੈਸ ਸੀ SGPC, ਈਵਨ ਜੇ ਘਿਓ ਦਾ ਪੀਪਾ ਵੀ ਲੈਣਾ ਹੋਵੇ SGPC ਨੇ ਤਾਂ ਉਹ ਕਹਿੰਦੇ ਵੀ 3 ਸਾਲ ਪੁਰਾਣੀ ਕੋਈ ਯੂਨਿਟ ਹੋਵੇ, ਚੱਲਦੀ ਹੋਵੇ, ਇਨਕਮ ਟੈਕਸ ਪਈ ਹੋਵੇ। ਤੇ ਜਿਹੜੀ GNext ਸੀ ਇਹ ਤਾਂ ਤਿਆਰ ਹੀ ਉਦੋਂ ਕੀਤੀ ਸੀ ਸਪੈਸ਼ਲੀ, ਠੀਕ ਹੈ ਜੀ। ਧੱਕੇ ਨਾਲ ਉਹਨੂੰ ਕੰਟਰੈਕਟ ਪਾਸ ਔਨ ਹੋ ਗਿਆ ETC ਤੋਂ, ਫਿਰ ਅਗਲੀ ਵਾਰ ਤਾਂ ਬਿਲਕੁਲ ਵੈਸੇ ਹੀ ਦੇਤਾ। ਸੋ ਪਹਿਲੀ ਗੱਲ ਤਾਂ ਇਹ ਆ। ਸੈਕੰਡਲੀ, ਗੁਰਬਾਣੀ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਮੋਨੋਪੋਲੀ ਕਰਨੀ ਹੈਗੀ ਆ ਉਹ ਠੀਕ ਨਹੀਂ ਗੀ, ਉਹ ਸਿੱਖੀ ਸਿਧਾਂਤ ਦੇ ਵਿਰੁੱਧ ਹੈਗੀ ਆ। ਫਿਰ ਇੱਥੋਂ ਤੱਕ ਵੇਖੋ ਇਹਨਾਂ ਨੇ ਮੋਨੋਪੋਲਾਈਜ਼ ਕੀਤਾ ਕਿ ਸਾਡਾ ਜਿਹੜਾ ਇਹ ਕੰਟੈਂਟ ਐਕਸਕਲੂਸਿਵ ਤੇ ਐਬਸੋਲੂਟ ਰਾਈਟ ਆ, ਮਤਲਬ ਕਿ ਜੋ ਉੱਥੇ ਰਿਕਾਰਡ ਹੋ ਗਿਆ ਉਹਦਾ ਤੁਸੀਂ ਉਹ GNext ਤੋਂ ਪੁੱਛੇ ਬਗੈਰ ਪਲੇ ਵੀ ਨਹੀਂ ਕਰ ਸਕਦੇ।
ਉਦੋਂ ਵੱਡੀ ਗੱਲ ਕਿ ਜਿਹੜੇ ਆਪਣੇ ਰਾਗੀ ਹੈਗੇ ਆ ਜਾਂ ਹੋਰ ਆ, ਉਹਨਾਂ ਨੂੰ ਸਿੰਗਰ ਤੱਕ ਕਿਹਾ ਗਿਆ ਹੈ ਕੰਟਰੈਕਟਸ ਦੇ ਵਿੱਚ, ਤੇ ਜਿਹੜਾ ਕਿ ਮੇਰਾ ਖਿਆਲ ਇੱਕ ਤਰ੍ਹਾਂ ਦੀ ਮਤਲਬ ਬੇਅਦਬੀ ਹੀ ਕਹਿ ਸਕਦੇ ਹਾਂ ਆਪਾਂ ਉਹਨੂੰ, ਇਕੁਇਵਲੈਂਟ ਉਹਦੇ। ਤੇ ਉਦੋਂ ਵੀ ਵੱਡੀ ਗੱਲ ਹੈ, ਇੱਥੋਂ ਤੱਕ ਉੱਥੇ ਕੰਟਰੈਕਟ ਦੇ ਵਿੱਚ ਹੈ ਕਿ ਉਹਦੇ ਵਿੱਚ ਉੱਥੇ ਕੀ ਟੈਲੀਕਾਸਟ ਹੋਊਗਾ, ਤੁਸੀਂ ਕੀ ਸ਼ਬਦ ਗਾ ਸਕਦੇ ਹੋ, ਕਿਸ ਤਰੀਕੇ ਦੇ ਲੈਕਚਰ ਦੇ ਸਕਦੇ ਹੋ, ਉਹ ਵੀ ਜੀ ਨੈਕਸਟ ਦੇ ਡਿਟਰਮੀਨੇਸ਼ਨ। ਅੱਜ ਤਾਂ ਰਵਿੰਦਰ ਨਾਰਾਇਣ ਕਹਿੰਦੇ ਆ ਵੀ ਰਿਪੋਰਟ ਇੱਕ ਐਵੇਂ ਤਿਆਰ ਕੀਤੀ ਗਈ ਹੈ, ਇਹ ਰਿਪੋਰਟ ਦੇ ਵਿੱਚ ਜੇ ਉਹਨਾਂ ਨੂੰ ਕੋਈ ਇਤਰਾਜ਼ ਆ, ਜੇ ਇਹਦੇ ਵਿੱਚ ਕੋਈ ਕਮੀ ਲੱਗਦੀ ਆ, ਅਸੀਂ ਸਿਰਫ ਗਵਰਨਮੈਂਟ ਪੇਪਰਸ ਨੂੰ ਲੈ ਕੇ ਦੇ ਬੇਸਿਸ ਤੇ ਸ਼੍ਰੋਮਣੀ ਕਮੇਟੀ ਦੇ ਆਪਦੇ ਕਾਗਜ਼ਾਂ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਹੈ। ਜੇ ਉਹਨਾਂ ਨੂੰ ਕੋਈ ਇਤਰਾਜ਼ ਹੈ, ਇਹਦੇ ਵਿੱਚੋਂ ਕੋਈ ਨੁਕਸ ਕੱਢ ਕੇ ਵਿਖਾਉਣ, ਦੱਸਣ, ਅਸੀਂ ਉਹਦਾ ਜਵਾਬ ਦੇਣ ਨੂੰ ਤਿਆਰ। ਹੁਣ ਤੱਕ ਪੀਟੀਸੀ ਨੇ ਕਿੰਨੇ ਪੈਸੇ ਕਮਾ ਲਏ ਨੇ ਰਿਪੋਰਟ 'ਚ ਲਿਖਿਆ? ਨਹੀਂ, ਪੀਟੀਸੀ ਨੇ ਕਿੰਨੇ ਪੈਸੇ ਕਮਾ ਲਏ ਤਾਂ ਉਹ ਤਾਂ ਪੀਟੀਸੀ ਦੀ ਬੈਲੈਂਸ ਸ਼ੀਟ ਤੋਂ ਪਤਾ ਲੱਗੂਗਾ ਤੁਹਾਨੂੰ। ਬੈਲੈਂਸ ਸ਼ੀਟ ਅਵੇਲੇਬਲ ਹੈਗੀ ਆ, ਪਬਲਿਕ ਡੋਮੇਨ 'ਚ ਅਵੇਲੇਬਲ ਹੈਗੀ ਆ। ਦੂਜੀ ਗੱਲ ਇਹ ਕਿ ਉਹ ਪੀਟੀਸੀ ਦੀ ਵੈਲੂਏਸ਼ਨ ਕਿੰਨੀ ਹੋ ਗਈ ਹੈ ਨਾ, ਮਤਲਬ ਉਹ ਸਾਰੀ 1.5 2 4 ਲੱਖ ਨਾਲ ਸ਼ੁਰੂ ਕੀਤੀ ਵੀ ਜਿਹੜੀ ਕੰਪਨੀ ਹੈਗੀ ਆ ਹੈ, ਉਹ ਅੱਜ ਆਪਾਂ ਨੂੰ ਪਤਾ ਹੀ ਆ ਕਿ ਕਿੰਨੇ ਕਰੋੜਾਂ ਦੀ ਕੰਪਨੀ ਹੋ ਗਈ। ਇਹਦੇ ਵਿੱਚ ਇੱਕ ਨਾ ਝੂਠ ਬੋਲਿਆ ਜਾ ਰਿਹਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਤੇ ਪੀਟੀਸੀ ਵੱਲੋਂ ਵੀ ਕਿ ਇਹ ਬਿਲਕੁਲ ਮੁਫਤ ਸੇਵਾ ਕਰ ਰਹੇ ਆ, ਕਦੀ ਇਹਨਾਂ ਨੇ ਕੋਈ ਪੈਸਾ ਨਹੀਂ ਕਮਾਇਆ। ਤੁਸੀਂ ਸਾਰੇ ਮੀਡੀਆ ਨਾਲ ਜਾਣਦੇ ਹੋ ਕਿ ਵੀਵਰਸ਼ਿਪ ਦੀ ਆਪਣੀ ਵੈਲਿਊ ਕਿੰਨੀ ਹੁੰਦੀ ਹੈਗੀ, ਉਹ ਸਾਰੇ ਜਿਹੜੇ ਉਹਨਾਂ ਨੂੰ ਐਡ ਮਿਲਦੀਆਂ ਨੇ ਉਹਦੇ 'ਤੇ ਆਧਾਰਿਤ ਨੇ ਇਹ। ਤੇ ਦੂਸਰਾ ਜਿਹੜਾ ਹੈਗਾ ਕਿ ਸ਼੍ਰੋਮਣੀ ਕਮੇਟੀ ਤੇ ਪੀਟੀਸੀ ਦੋਨੇ ਹੀ ਜਿਹੜੇ ਆ ਇਹ ਸੱਚ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਕੀ ਦਿੱਤਾ ਹੈਗਾ ਆ ਪੀਟੀਸੀ ਨੂੰ, ਤੇ ਪੀਟੀਸੀ ਨੇ ਕੀ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਆ। ਇਹ ਕਿਉਂ ਨਹੀਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਲੋਕਾਂ ਦੇ ਵਿੱਚ ਸੱਚ ਲੈ ਕੇ ਆਉਂਦੇ, ਰਿਪੋਰਟ ਦੇਣ ਆਪਣੇ ਵੱਲੋਂ ਕਿ ਆਹ ਸੱਚ ਹੈ, ਸੰਗਤਾਂ ਆਪੇ ਅੰਦਾਜ਼ ਲਾ ਲੈਣਗੀਆਂ ਕਿ ਉਹ ਕਿਹੜੇ ਜਿਹੜੇ ਲਾਭ ਲਈ ਗਏ ਆ ਕਿ ਜਿਹੜੀ ਆ ਉਹ ਨਿਸ਼ਕਾਮ ਸੇਵਾ ਕਰ ਰਹੇ ਆ। ਤੇ ਜੇ ਨਿਸ਼ਕਾਮ ਸੇਵਾ ਤਾਂ ਅਸੀਂ ਸਾਰੇ ਜਾਣਦੇ ਹਾਂ। ਇਸ ਤੋਂ ਪਹਿਲਾਂ ਚੈਨਲ ਜੇ ਗੁਰਬਾਣੀ ਬੰਦ ਕਰ ਦੇਣ ਕੱਲ੍ਹ ਨੂੰ ਤਾਂ ਪਤਾ ਲੱਗ ਜਾਏਗਾ ਕਿ ਕੀ ਜਿਹੜੀ ਆ ਉਹਨਾਂ ਨੂੰ ਕਿਵੇਂ ਦੇ ਬੈਨੀਫਿਟ ਜਿਹੜੇ ਹੋਏ ਆ, ਇੰਡਾਇਰੈਕਟ ਬੈਨੀਫਿਟ ਬਹੁਤ ਸਾਰੇ ਉਹ ਕੀਤੇ। ਵੇਖੋ ਆਏ ਆ ਕਿ ਉਹ ਸ਼ਾਇਦ ਆਪਦੀ ਪਬਲਿਕ ਗੈਲਰੀ ਨੂੰ ਜਾਂ ਪੋਲੀਟੀਕਲ ਗੈਲਰੀ ਨੂੰ ਇੱਥੇ ਲੋਕਾਂ ਨੂੰ ਪਲੇ ਕਰਨ ਵਾਸਤੇ ਲਈ ਕੀਤਾ ਹੋਵੇ ਉਹਨਾਂ ਨੇ। ਸੈਕੰਡਲੀ ਉਹ ਚਾਹੁੰਦੇ ਹੋਣਗੇ ਕਿਉਂਕਿ ਵੇਖੋ ਇਹ ਜਿਹੜਾ ਪੀਟੀਸੀ ਦੇ ਉੱਤੇ ਜਿਹੜਾ ਕਬਜ਼ਾ ਕਰਕੇ ਉਹ ਐਂ ਕਰਦੇ ਆ, ਉਹਦੇ 'ਚ ਆਪਦਾ ਅਕਾਲੀ ਦਲ ਜਿਹੜਾ ਬਾਦਲ ਦਲ ਆ ਉਹ ਇਸ ਟਾਈਮ ਉਹਦਾ ਰਾਜਨੀਤਿਕ ਲਾਹਾ ਵੀ ਲੈਂਦਾ। ਤਾਂ ਉਹਨੇ ਤਾਂ ਆਪਦਾ ਰਾਜਨੀਤਿਕ ਕੰਪੋਨੈਂਟ ਨੂੰ ਭੰਨਣ ਵਾਸਤੇ ਜਾਂ ਲੋਕਾਂ ਦੇ ਵਿੱਚ, ਲੋਕਾਂ 'ਚ ਬਹੁਤ ਵੱਡੀ ਆਵਾਜ਼ ਸੀ। ਵੇਖੋ ਡੀ ਡਾਇਰੈਕਟ ਦੇ ਉੱਤੇ ਦੇ ਹੀ ਨਹੀਂ ਰਹੇ ਹੈਗੇ, ਇੱਕ ਪਰਟੀਕੂਲਰ ਚੈਨਲਸ 'ਤੇ ਹੀ ਦੇ ਰਹੇ ਆ, ਅਤੇ ਲੋਕਾਂ ਦੀ ਮੰਗ ਸੀਗੀ ਕਿ ਵੀ ਇਹ ਮੋਨੋਪੋਲੀ ਤੋੜੀ ਜਾਣੀ ਚਾਹੀਦੀ ਹੈ। ਤਾਂ ਉਹਨਾਂ ਨੇ ਤਾਂ ਉਸ ਮੰਤਵ ਨਾਲ ਕੀਤਾ। ਇਹ ਨਹੀਂ ਮੈਂ ਕਹਿੰਦਾ ਕਿ ਜ਼ਰੂਰੀ ਉਹਨਾਂ ਨੇ ਸਿੱਖੀ ਭਾਵਨਾ ਨਾਲ ਕੀਤਾ ਹੋਵੇ। ਉਹਨਾਂ ਨੇ ਤਾਂ ਆਪਦਾ ਪੋਲੀਟੀਕਲ ਮਾਈਲੇਜ ਲੈਣ ਨੂੰ, ਆਪਦੇ ਪੋਲੀਟੀਕਲ ਓਪੋਨੈਂਟ ਨੂੰ ਕਮਜ਼ੋਰ ਕਰਨ ਨੂੰ ਇਹ ਐਕਸ਼ਨ ਲਿਆ। ਅਤੇ ਇਹ ਵੇਖੋ ਗੱਲ ਪਹਿਲੀ ਹੈ ਕਿ ਵੀ ਕੋਈ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਜੇ ਕੋਈ ਐਕਸ਼ਨ ਲਿਆ ਜਾਂਦਾ ਹੈ ਉਹ ਡੈਫੀਨੇਟਲੀ ਸਾਡੇ ਇੰਸਟੀਟਿਊਸ਼ਨ ਨੂੰ ਕਮਜ਼ੋਰ ਕਰਦਾ ਹੈ। ਪਰ ਇਹਦਾ ਰਾਹ ਖੋਲ੍ਹਿਆ ਕਿਹਨੇ? ਮਸਲਾ ਤਾਂ ਇਹ ਹੈ ਕਿ ਤੁਹਾਡੇ ਬਾਹਰ ਵਾਲਾ ਉਦੋਂ ਹੀ ਤੁਹਾਡੇ ਘਰ ਦੇ ਵਿੱਚ ਹੱਥ ਪਾ ਸਕਿਆ ਨਾ ਜਦੋਂ ਤੁਸੀਂ ਆਪ ਹੀ ਅੰਦਰੋਂ ਕ੍ਰਾਈਸਿਸ ਕ੍ਰੀਏਟ ਕਰ ਲਿਆ। ਵੇਖੋ ਜੀ ਆਏ ਆ ਕਿ ਆਪਾਂ ਜਿਹੜਾ ਉਹਨਾਂ ਨੇ ਕੌਜ਼ ਲਿਆ ਆਪਾਂ ਉਹਦਾ ਲੈਂਦੇ ਹਾਂ। ਜਸਟਿਸ ਅਜੀਤ ਸਿੰਘ ਸਭ ਤੋਂ ਪਹਿਲਾਂ ਸੀ ਜਿਨ੍ਹਾਂ ਨੇ ਆਵਾਜ਼ ਉਠਾਈ, FIR ਦਰਜ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਐਗਰੀਮੈਂਟ ਗਲਤ ਦਿੱਤਾ ਗਿਆ। ਸਗੋਂ ਉਲਟਾ ਉਹਨਾਂ ਦੇ ਉਲਟ ਕੇਸ ਪਾ ਦਿੱਤਾ ਗਿਆ, ਉਹਨੂੰ ਪਾਸੇ ਰੱਖ ਦਿੱਤਾ ਗਿਆ। ਉਦੋਂ ਬਾਅਦ ਆਪਾਂ ਪਿਛਲੇ 3 ਸਾਲਾਂ ਤੋਂ ਲਗਾਤਾਰ ਰਿਪੋਰਟ ਲੈ ਕੇ ਇਹਨਾਂ ਦੇ ਦਰਾਂ 'ਤੇ ਜਾ ਰਹੇ ਹਾਂ, ਕਹਿ ਰਹੇ ਹਾਂ ਕਿ ਭਾਈ ਆ ਨਾ ਕਰੋ। ਫਿਰ ਭਗਵੰਤ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਕਿ ਵੀ ਅਸੀਂ ਚੈਨਲ ਸੈੱਟ ਕਰਕੇ ਦੇਣ ਨੂੰ ਤਿਆਰ ਹੈਗੇ ਹਾਂ। ਇਹਨਾਂ ਨੇ ਫਿਰ ਦੇਖੋ ਤੁਸੀਂ ਇੱਕ ਕਾਰਨ ਦੇ ਰਹੇ ਹੋ ਉਹਨੂੰ ਕਰਨ ਦਾ। ਚਲੋ ਮੰਨ ਲਓ ਕਿ ਉਹਨਾਂ ਦੀ ਬਦਨੀਅਤ ਵੀ ਹੋਵੇ, ਪਰ ਗੱਲ ਤਾਂ ਤੁਹਾਡੀ ਆ ਨਾ, ਤੁਸੀਂ ਕਾਰਨ ਦੇ ਕਿਉਂ ਰਹੇ ਹੋ ਇੰਟਰਫੇਅਰ ਕਰਨ ਦਾ? ਇੰਟਰਫੇਅਰੈਂਸ ਜੇ ਉਹ ਕਾਰਨ ਨਾ ਹੋਵੇ ਤਾਂ ਜਿਵੇਂ ਪਹਿਲਾਂ ਕੈਰੋਂ ਵੇਲੇ ਇੱਕ ਬਹੁਤ ਵੱਡਾ ਸਿੱਖਾਂ ਵੱਲੋਂ ਪ੍ਰੋਟੈਸਟ ਹੋ ਗਿਆ ਸੀ, ਉਵੇਂ ਅੱਜ ਵੀ ਬਹੁਤ ਲੋਕਾਂ ਨੇ ਸਿੱਖਾਂ ਨੇ ਖੜਨਾ ਸੀ ਨਾਲ SGPC ਦੇ ਜਾਂ ਅਕਾਲੀ ਦਲ ਦੇ ਕਿ ਭਾਈ ਸਾਡੇ ਪਰ ਨਹੀਂ ਗਾ, ਲੋਕੀ ਖੁਸ਼ ਹੈਗੇ ਉਲਟਾ ਕਿ ਵੀ ਇਹ ਤਾਂ ਚਲੋ ਗੁਰਬਾਣੀ ਮਿਲਣ ਲੱਗ ਗਈ। ਨੁਕਸਾਨ ਹੋਣਾ ਜੀ, ਨੁਕਸਾਨ ਦਾ ਕਾਰਨ ਇਹ ਹੈਗੇ ਇਹ ਕਰਦੇ ਨਾ ਅੱਜ ਕਹਿਣ ਕਿ ਹਾਂ ਅਸੀਂ ਓਪਨ ਕਰਦੇ ਹਾਂ ਵੀ ਸਰਕਾਰ ਇਹ ਕੰਮ ਨਾ ਕਰੇ, ਲੋਕੀ ਇਹਨਾਂ ਦਾ ਸਾਥ ਦੇਣਗੇ ਉਸ ਗੱਲ। ਤੇ ਗੁਰਬਾਣੀ ਦਾ ਚੈਨਲ ਕਿਉਂ ਨਾ ਹੋਵੇ ਆਪਦਾ?
ਕੱਲ ਨੂੰ ਆਪਾਂ ਹਮੇਸ਼ਾ ਟੈਕਸੀਆਂ ਤੇ ਕਿਰਾਇਆਂ ਦੇ ਘਰਾਂ ਤੇ ਤੁਰੇ ਰਵਾਂਗੇ? ਆਪਦਾ ਘਰ ਤਾਂ ਭਾਵੇਂ ਛੱਪਰ ਹੋਵੇ ਉਹ ਪਾ ਲੈਣਾ ਚਾਹੀਦਾ। ਅੱਛਾ, ਪਹਿਲਾਂ ਇਹ ਦੱਸੋ ਕਿ ਜੋ ਹੁਣ ਭਗਵੰਤ ਮਾਨ ਨੇ ਬਿੱਲ ਪਾਸ ਕੀਤਾ ਉਹ ਕਰ ਸਕਦੇ ਨੇ। 1959 ਦਾ ਤੁਸੀਂ ਜ਼ਿਕਰ ਕੀਤਾ, ਨਹਿਰੂ ਤੇ ਤਾਰਾ ਸਿੰਘ ਵਿਚਕਾਰ, ਉਹ ਕਲੋਜ਼ 'ਚ ਲਿਖਿਆ ਕਿਤੇ ਕਿ ਕੋਈ ਵੀ ਬਿੱਲ ਬਣਾਉਣਾ ਹੋਵੇ ਸਰਕਾਰ ਨੇ ਐਸਜੀਪੀਸੀ ਨੂੰ ਵਿੱਚ ਲੈਣਾ ਪੈਣਾ ਜਾਂ ਐਸਜੀਪੀਸੀ ਦੇ ਕੈਂਪ ਹੋਣਾ। ਵੇਖੋ, ਉਦੋਂ ਉਹ ਪੈਕਟ ਸਾਈਨ ਹੋਇਆ ਸੀ, ਸਿੱਖਾਂ ਨੇ ਪ੍ਰੋਟੈਸਟ ਕੀਤੀ ਸੀ। ਉਸ ਤੋਂ ਬਾਅਦ ਇੱਕ ਪੈਕਟ ਸਾਈਨ ਹੋਇਆ ਸੀਗਾ ਕਿ 2/3 ਮੈਜੋਰਟੀ ਐਸਜੀਪੀਸੀ ਦੀ ਜਿੰਨੀ ਦੇਰ ਨਹੀਂ ਕੋਈ ਚੀਜ਼ ਕਰਦੀ ਉਨੀ ਦੇਰ ਨਹੀਂ। ਉਸ ਤੋਂ ਬਾਅਦ ਉਹ ਫੋਲੋ ਹੁੰਦਾ ਰਿਹਾ, ਹਰੇਕ ਜਗ੍ਹਾ ਤੇ ਹੁੰਦਾ ਰਿਹਾ। ਸਿਰਫ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਆਪਾਂ ਨੂੰ ਕਾਰਨ ਪਤਾ, ਜਦੋਂ ਉਹਨਾਂ ਨੇ ਤੰਗ ਕੀਤੇ ਉਹ ਆਪਦੇ ਅੱਡ ਹੋ ਗਏ। ਠੀਕ ਆ, ਉਹ ਇੱਕ ਲਾਅ ਪਾਸ ਹੋਇਆ ਜਿਹੜਾ ਕਿ ਇਸ ਐਸਜੀਪੀਸੀ ਤੋਂ ਬਗੈਰ। ਇਹ ਗਲਤ ਹੋ ਰਿਹਾ, ਭਗਵੰਤ ਮਾਨ ਗਲਤ। ਇਹ ਵੇਖੋ, ਗੱਲ ਤਾਂ ਗਲਤ ਹੈਗੀ ਆ, ਮਤਲਬ ਇੱਕ ਤਰ੍ਹਾਂ ਸਾਨੂੰ ਗਲਤ ਰੀਤ ਪੈ ਗਈ ਆ, ਪਰ ਇਹ ਪੈਣ ਦਾ ਕਾਰਨ ਤਾਂ ਇਹੀ ਹੈਗੇ ਆ ਨਾ ਕਿ ਵੀ ਤੁਹਾਨੂੰ, ਤੁਸੀਂ ਕਿਉਂ ਨਹੀਂ ਆਪਦਾ ਸਿਸਟਮ ਅੰਦਰੋਂ ਠੀਕ ਕਰਦੇ? ਦੇਖੋ ਜੀ, ਐਸਜੀਪੀਸੀ ਨੂੰ ਸਭ ਤੋਂ ਪਹਿਲਾਂ ਤਾਂ ਆਪਦੇ ਚੈਨਲ ਦਾ ਐਲਾਨ ਕਰਨਾ ਚਾਹੀਦਾ। ਆ ਜਿਹੜੀਆਂ ਚਲਾਕੀਆਂ ਜਿਹੀਆਂ ਖੇਡਦੇ ਫਿਰਦੇ ਆ ਕਿ ਅਸੀਂ YouTube ਚੈਨਲ ਚਲਾ ਦਾਂਗੇ, ਹੈ ਨਾ, ਇਹ ਤਾਂ ਵੈਸੇ ਹਾਸੋਹੀਣੀ ਗੱਲ ਹੈਗੀ ਹੈ ਕਿ 10 ਮਹੀਨੇ ਅਸੀਂ ਹੋਰ ਕਰ ਲਏ, ਹੋਰ ਮਹੀਨਾ ਅਸੀਂ ਐਨਾਲਿਸਿਸ ਕਰਕੇ ਤੇ ਦੂਜਾ ਚੈਨਲ ਅਸੀਂ ਹੋਰ ਵੇਖਦੇ ਹਾਂ। ਇਹਨਾਂ ਨੂੰ ਆਪਦਾ ਸੈਟਲਾਈਟ ਚੈਨਲ ਚਲਾਉਣਾ ਚਾਹੀਦਾ, ਆਪਦਾ YouTube ਚੈਨਲ ਚਲਾਉਣਾ ਚਾਹੀਦਾ, ਆਪਦੀ ਟੋਟਲ ਜਿਹੜਾ ਰਿਲੇ ਸਿਸਟਮ ਆ, ਆਪਦਾ ਪ੍ਰਸਾਰਣ ਦਾ ਸਿਸਟਮ ਡਿਵੈਲਪ ਕਰਨਾ ਚਾਹੀਦਾ। ਜਿਹੜੇ ਚੈਨਲ ਇਹਨਾਂ ਤੋਂ ਲੈਣਾ ਚਾਹੁੰਦੇ ਆ ਉਹਦੀਆਂ ਨਿਯਮ ਤੇ ਸ਼ਰਤਾਂ ਹੋਣ, ਜਿਵੇਂ ਹੁਣ ਈਵੈਂਟਸ ਕਵਰ ਕਰਨ ਵਾਸਤੇ ਵੀ ਤਾਂ ਕਰਦੇ ਹੀ ਆ ਨਾ, ਉਵੇਂ ਹੀ ਉਹਦੇ ਵਾਸਤੇ ਹੋਣ ਕਿ ਵੀ ਤੁਸੀਂ ਕੌਣ ਕਵਰ ਕਰ ਸਕਦਾ ਇਹਨੂੰ, ਪਹਿਲੀ ਗੱਲ। ਦੂਜੀ ਗੱਲ, ਜਦੋਂ ਇਹ ਗੱਲ ਐਲਾਨ ਹੋ ਜਾਂਦੀ ਹੈ ਸਾਰੀ, ਤਾਂ ਆਪਾਂ ਨੂੰ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਕਿ ਵੀ ਇੰਝ ਇੰਟਰਫੇਰੈਂਸ ਨਾ ਕਰੋ, ਇਹਨੂੰ ਰਿਜ਼ੋਲਵ ਕਰੋ ਇਸ਼ੂ ਨੂੰ। ਇਹਨੂੰ ਨਾ, ਬਿੱਲ ਹਲੇ ਪਾਸ ਹੀ ਨਹੀਂ ਹੋਇਆ, ਹਲੇ ਤਾਂ ਫਾਈਨਲੀ ਤਾਂ ਗਵਰਨਰ ਸਾਹਿਬ ਦੇ ਸਾਈਨ ਹੋਣਗੇ, ਉਸ ਇਸ਼ੂ 'ਚ ਜਾਣ ਦੀ ਬਜਾਏ ਇਹ ਵਾਪਸ ਹੋਣਾ ਚਾਹੀਦਾ। ਤੇ ਮੁੱਖ ਗੱਲ ਜਿਹੜੀ ਹੈਗੀ ਹੈ ਸਾਰੇ ਮਸਲੇ ਦਾ ਹੱਲ ਇਹ ਹੈ ਕਿ ਵੀ ਸਾਰੀਆਂ ਚੋਣਾਂ ਟਾਈਮ ਤੇ ਹੋਣ। ਚੋਣਾਂ ਜੇ ਟਾਈਮ ਤੇ ਹੁੰਦੀਆਂ ਤਾਂ ਇਹ ਜਾਂ ਕਰਪਟ ਸਿਸਟਮ ਹੀ ਨਹੀਂ ਰਹਿਣਾ, ਲੋਕਾਂ ਨੇ ਪੱਟ ਕੇ ਪਰਾਂ ਮਾਰਨਾ ਇਹਨੂੰ। ਮੈਂ ਕਿਹਾ 4:30 ਵਜੇ ਅੱਜ ਮੀਟਿੰਗ। ਨਹੀਂ, ਉਹ ਤਾਂ ਵੇਖੋ ਸਾਰੀ ਪੋਲੀਟੀਕਲ ਗਿਮਿਕਰੀ ਹੋ ਰਹੀ ਆ, ਉਹ ਉਹਨੂੰ ਬਚਾਉਣਾ ਚਾਹੁੰਦੇ ਆ, ਉਹ ਖੇਡ ਰਹੇ ਹੈਗੇ ਆ, ਗਵਰਨਰ ਆਪਦੀ ਸਿਸਟਮ ਖੇਡੂ, ਪਰ ਕੋਈ ਵੀ ਸੁਹਿਰਦ ਸਿੱਖੀ ਵਾਲੇ ਪਾਸੇ ਕੋਈ ਨਹੀਂ ਸੋਚ ਰਿਹਾ ਕਿ ਵੀ ਆਪਦਾ ਸਿੱਖਾਂ ਦਾ ਆਪਦਾ ਨਾ ਚੈਨਲ। ਅਕਾਲੀ ਦਲ ਨਾ ਸ਼੍ਰੋਮਣੀ ਕਮੇਟੀ ਸੁਹਿਰਦੇ ਨਹੀਂ ਰਹੇ, ਇਸ ਯੋਗ ਨਹੀਂ ਰਹੇ ਕਿ ਉਹ ਰੋਕ ਸਕਣ। ਜੇਕਰ ਉਹਨਾਂ ਕੋਲ ਮੋਰਲ ਗਰਾਊਂਡ ਹੁੰਦਾ ਤੇ ਉਹ ਰੋਕ ਸਕਦੇ ਸੀ। ਲੋਕਾਂ ਨੇ ਸੜਕਾਂ ਤੇ ਬਾਹਰ ਇੱਕ ਵਾਰੀ ਇਹਨਾਂ ਦੇ ਇੱਕ ਆਵਾਜ਼ ਤੇ ਲੋਕ ਧਰਮ ਯੁੱਧ ਮੋਰਚੇ ਤੇ ਪੰਜਾਬੀ ਮੋਰਚੇ 'ਚ ਲੋਕ ਆਪਣੀਆਂ ਜਾਨਾਂ ਇਹਨਾਂ ਦੇ ਜਿਹੜੇ ਸੱਦੇ ਤੇ ਵਾਰਦੇ ਰਹੇ ਆ, ਲੋਕ ਸਭ ਕੁਝ ਕੁਰਬਾਨ ਕਰਦੇ ਰਹੇ ਆ। ਹੁਣ ਲੋਕ ਸੜਕਾਂ ਤੇ ਵੀ ਨਹੀਂ ਆ ਰਹੇ ਤੇ ਇਹ NGO ਵਾਲਾ ਜਿਹੜਾ ਰੋਲ ਅਦਾ ਕਰ ਰਹੇ ਆ, ਗਵਰਨਰ ਨੂੰ ਮਿਲਣਗੇ ਜਾਂ ਕਿਸੇ ਕੋਰਟ 'ਚ ਜਾਣਗੇ ਜਾਂ ਚਿੱਠੀ ਪੱਤਰ ਲਿਖਣਗੇ, ਇਹ ਤਾਂ ਹੁੰਦਾ ਹੀ ਆਇਆ। ਇਹ ਤਾਂ ਸ਼੍ਰੋਮਣੀ ਹਰਿਆਣਾ ਕਮੇਟੀ ਦੇ ਮਸਲੇ 'ਤੇ ਵੀ ਸਾਰਾ ਕੁਝ ਕਰਦੇ ਆਏ, ਇਹਦੇ ਨਾਲ ਕੀ ਰੁਕਣ ਲੱਗਾ ਹੈਗਾ। ਨਹੀਂ, ਬਿਲਕੁਲ ਗਲਤ ਹੈ ਜੀ ਇਹ ਜਿਹੜਾ ਹੋ ਰਿਹਾ ਹੈ। ਪਰ ਇਹਦਾ ਪਿਰਤ ਕਿੰਨੇ ਪਾਈ? ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਨੂੰ ਇਗਨੋਰ ਸਭ ਤੋਂ ਪਹਿਲਾਂ ਕੌਣ ਕਰ ਰਿਹਾ? ਸ਼੍ਰੋਮਣੀ ਕਮੇਟੀ। ਉਹਨਾਂ ਨੇ ਕਿਹਾ ਚੈਨਲ ਚਲਾਓ, ਇਹਨਾਂ ਨੇ ਉਹਨੂੰ ਇਗਨੋਰ ਕੀਤਾ ਆ। ਜਦੋਂ ਆਪ ਹੀ ਤੁਸੀਂ ਹੁਣ ਤਾਂ ਇਸ ਤੋਂ ਵੀ ਵੱਧ ਗਿਆ। ਕਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਹੀਂ ਸੀ ਕਹਿੰਦੇ ਕਿ ਸਾਡੀ ਅੰਤਰਿਮ ਕਮੇਟੀ ਜਿਹੜੀ ਜਥੇਦਾਰ ਨੋਮੀਨੇਟ ਕਰੇਗੀ। ਉਹ ਪੰਥ ਦੀਆਂ ਸੰਸਥਾਵਾਂ ਬੁਲਾਉਂਦੀ ਸੀ, ਉਹਨਾਂ ਤੋਂ ਸੁਝਾਅ ਮੰਗਦੀ ਸੀ ਤੇ ਅਨਾਊਂਸ ਕਰਦੇ ਸੀ ਕਿ ਜਥੇਦਾਰ ਫਲਾਣਾ ਹੁੰਦਾ ਆ। ਹੁਣ ਜਦੋਂ ਅੰਤਰਿਮ ਕਮੇਟੀ ਤੱਕ ਗੱਲ ਆ ਗਈ ਆ ਤਾਂ ਉਹ ਜਿਹੜਾ ਜਥੇਦਾਰ ਸੰਸਾਰ ਭਰ ਦੇ ਸਿੱਖਾਂ ਦੇ ਉੱਤੇ ਜਿਹਦੇ ਹੁਕਮ ਲਾਗੂ ਹੋਣੇ ਆ, ਉਹਦੀ ਚੋਣ ਤੇ ਵਿਧੀ ਵਿਧਾਨ ਬਣਾਉਣ ਵਾਸਤੇ ਵਿਦਾਂਤੀ ਤੋਂ ਜਿਹੜੀ ਮੰਗ ਹੁੰਦੀ ਆ ਰਹੀ ਹੈ, ਉਹਨਾਂ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਨੂੰ ਇਹਦੇ ਵਿਧੀ ਵਿਧਾਨ ਬਣਾਇਆ ਜਾਵੇ, ਤਰੀਕਾਕਾਰ ਬਣਾਇਆ ਜਾਵੇ। ਉਹ ਸ਼੍ਰੋਮਣੀ ਕਮੇਟੀ ਨੇ ਨਹੀਂ ਬਣਾਇਆ ਤੇ ਜੋ ਹਾਲਾਤ ਅੱਜ ਬਣੇ ਆ ਉਹਦੇ ਵਾਸਤੇ ਪੂਰੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਇਸ ਚੀਜ਼ ਦੇ, ਇਸ ਹਾਲਾਤ ਤੱਕ ਲੈ ਕੇ ਜਾਣ ਲਈ। ਇਹਦੇ ਵਾਸਤੇ ਭਗਵੰਤ ਮਾਨ ਨਹੀਂ ਕੋਈ ਹੋਰ ਬੰਦਾ ਵੀ ਆ ਜਾਣਾ ਸੀ। ਜਦੋਂ ਤੁਸੀਂ ਇੱਕ ਰਸਤਾ ਦਿੱਤਾ ਹੋਇਆ, ਤੁਸੀਂ ਮੌਕਾ ਦਿੰਦੇ ਹੋ ਤੇ ਉਹ ਮੌਕੇ ਦੇ ਵਿੱਚੋਂ ਮੌਕਾ ਵਰਤ ਰਹੇ ਆ। ਉਹ ਤਾਂ ਸਿਆਸੀ ਪਾਰਟੀਆਂ ਨੇ, ਉਹਨਾਂ ਨੇ ਸਿਆਸਤ ਵਾਸਤੇ ਵਰਤਣਾ ਆ। ਇਹਦੇ ਵਿੱਚ ਸਾਡਾ ਜਿਹੜਾ ਸਭ ਤੋਂ ਵੱਧ ਨੁਕਸਾਨ ਸਿੱਖ ਪੰਥ ਦਾ ਕੀਤਾ ਆ, ਮੌਜੂਦਾ ਲੀਡਰਸ਼ਿਪ ਨੇ ਕੀਤਾ ਆ। ਜੇਕਰ ਧਾਮੀ ਸਾਹਿਬ ਦੀ ਗੱਲ ਅੱਜ ਨਹੀਂ ਸੁਣੀ ਜਾ ਰਹੀ ਕਿਉਂਕਿ ਸਿੱਖਾਂ ਦੇ ਵਿੱਚ ਮੈਸੇਜ ਚਲਿਆ ਗਿਆ, ਜਦੋਂ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ, ਉਦੋਂ ਇਹਨਾਂ ਦੀਆਂ ਭਾਵਨਾ ਕਿਉਂ ਨਹੀਂ ਜਿਹੜਾ ਕੋਈ ਫਰਕ ਪੈਂਦਾ। ਇਸ ਕਰਕੇ ਲੋਕ ਸੰਗਤਾਂ ਇਹਨਾਂ ਦੇ ਨਾਲ ਨਹੀਂ, ਇਹਨਾਂ ਦੀ ਗੱਲ 'ਤੇ ਕੋਈ ਯਕੀਨ ਨਹੀਂ ਕਰਦੀਆਂ। ਅੱਜ ਜਿਹੜੀ ਭਾਸ਼ਾ ਪਹਿਲਾਂ ਭਾਸ਼ਾ ਜਿਹੜੀ ਅਸੈਂਬਲੀ 'ਚ ਭਗਵੰਤ ਮਾਨ ਨੇ ਵਰਤੀ, ਉਹ ਵੀ ਇਤਰਾਜ਼ਯੋਗ ਮਰਿਆਦਾ ਤੋਂ ਬਾਹਰ ਸੀ। ਅੱਜ ਜਿਹੜੀ ਧਾਮੀ ਸਾਹਿਬ ਵਰਤ ਰਿਹਾ, ਉਹ ਉਸ ਤੋਂ ਇਹਦਾ ਜਵਾਬ, ਜੇ ਤੁਸੀਂ ਇੱਕ ਵੱਡੇ ਅਹੁਦੇ ਬੈਠੇ ਹੋ, ਕਿਸੇ ਸੰਸਥਾ 'ਤੇ ਬੈਠੇ ਹੋ, ਤਾਂ ਤੁਹਾਡੀ ਭਾਸ਼ਾ ਦਾ ਮਿਆਰ ਜਿਹੜਾ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਆ। ਨਾ ਉਹਦਾ ਖਿਆਲ ਹੈ ਜਿਹੜਾ ਭਗਵੰਤ ਮਾਨ ਸਾਹਿਬ ਜੀ ਨੇ ਰੱਖਿਆ ਹੈ ਤੇ ਨਾ ਹੀ ਧਾਮੀ ਸਾਹਿਬ ਨੇ ਅੱਜ ਜਿਹੜਾ ਜਵਾਬ 'ਤੇ ਰੱਖਿਆ ਹੈਗਾ ਆ। ਇਹ
ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਮਿਆਰ ਹੈ ਉਹਨੂੰ ਹੋਰ ਡਾਊਨ ਕੀਤਾ ਹੈਗਾ। ਇਸ ਵਾਸਤੇ ਜਿੱਥੇ ਕਰਕੇ ਸਰਕਾਰ ਜ਼ਿੰਮੇਵਾਰ ਹੈ, ਉਹਦੇ ਨਾਲ ਹੀ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਆ ਉਹ ਵੀ ਜ਼ਿੰਮੇਵਾਰ ਉਹਨੇ ਨੇ ਹੈਗੇ। ਮੁੱਖ ਜ਼ਿੰਮੇਵਾਰੀ